ਅੱਜ ਦੇ ਅਸੀਂ ਲੈਕਚਰ ਦੇ ਵਿੱਚ ਬਰਡਨ ਆਫ ਪ੍ਰੂਫ ਦੇ ਸੈਕਸ਼ਨ ਨੰਬਰ 106 ਤੋਂ ਲੈ ਕੇ 113 ਬੀ ਦੇ ਸੈਕਸ਼ਨ ਤੱਕ ਡਿਸਕਸ਼ਨ ਕਰਾਂਗੇ। ਸੈਕਸ਼ਨ 106 ਦੇ ਵਿੱਚ ਉਹਨਾਂ ਫੈਕਟ ਦੀ ਬਰਡਨ ਆਫ ਪ੍ਰੂਫ ਦੱਸੀ ਆ ਜੋ ਕਿ ਇੱਕ ਵਿਅਕਤੀ ਦੀ ਆਪ ਦੀ ਪਰਸਨਲ ਨੌਲੇਜ ਦੇ ਵਿੱਚ ਹੁੰਦੀ ਹੈ। ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਮੇਰੀ ਜੇਬ ਦੇ ਵਿੱਚ ਕੀ ਹੈਗਾ ਇਹ ਮੇਰੇ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਨਹੀਂ ਪਤਾ, ਤੇ ਤੁਹਾਡੀ ਜੇਬ ਦੇ ਵਿੱਚ ਕੀ ਹੈਗਾ ਇਹ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਨੂੰ ਨਹੀਂ ਪਤਾ। ਕਹਿਣ ਦਾ ਮਤਲਬ ਇਹ ਆ ਕਿ ਅਗਰ ਕਿਸੇ ਕੇਸ ਦੇ ਵਿੱਚ ਇਦਾਂ ਦੇ ਫੈਕਟ ਦੀ ਨੌਲੇਜ ਦਾ ਸਵਾਲ ਪੈਦਾ ਹੋ ਜਾਂਦਾ ਏ ਜਾਂ ਇਦਾਂ ਦੇ ਫੈਕਟ ਨੂੰ ਸਾਬਤ ਕਰਨ ਦੀ ਗੱਲ ਆ ਜਾਂਦੀ ਆ ਜੋ ਕਿ ਇੱਕ ਵਿਅਕਤੀ ਦੀ ਹੀ ਨੌਲੇਜ ਦੇ ਵਿੱਚ ਹੈਗੀ ਆ, ਤਾਂ ਉਸ ਨੂੰ ਸਾਬਤ ਕਰਨ ਦੀ ਬਰਡਨ ਵੀ ਕਿਹਦੇ ਉੱਤੇ ਹੈਗੀ ਆ? ਉਸ ਵਿਅਕਤੀ ਦੇ ਉੱਤੇ ਹੀ ਹੈਗੀ ਆ। ਉਸ ਵਿਅਕਤੀ ਨੂੰ ਹੀ ਐਵੀਡੈਂਸ ਦੇਣਾ ਪਏਗਾ ਉਸ ਫੈਕਟ ਦੇ ਰਿਲੇਸ਼ਨ ਦੇ ਵਿੱਚ। ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਏ ਨੇ ਜਲੰਧਰ ਤੋਂ ਦਿੱਲੀ ਦੀ ਟ੍ਰੇਨ ਪਕੜੀ। ਜਦੋਂ ਟ੍ਰੇਨ ਦੇ ਵਿੱਚ ਬੈਠਾ ਤੇ ਥੋੜੀ ਦੇਰ ਬਾਅਦ ਟੀਟੀ ਆ ਗਿਆ। ਟੀਟੀ ਨੇ ਇਹਦੇ ਕੋਲ ਪੁੱਛਿਆ ਕਿ ਆਪਣੀ ਟਿਕਟ ਮੈਨੂੰ ਦਿਖਾਓ। ਜਦੋਂ ਏ ਨੇ ਆਪਣੀ ਜੇਬਾਂ ਦੇ ਵਿੱਚ ਹੱਥ ਮਾਰਿਆ ਤੇ ਉਹਨੂੰ ਟਿਕਟ ਨਹੀਂ ਮਿਲੀ। ਹੁਣ ਏ ਨੇ ਟਿਕਟ ਖਰੀਦੀ ਆ ਜਾਂ ਨਹੀਂ ਖਰੀਦੀ ਇਹ ਕਿਹਨੂੰ ਪਤਾ ਈ? ਇਹ ਸਿਰਫ ਤੇ ਸਿਰਫ ਏ ਨੂੰ ਪਤਾ ਈ। तो कहने का मतलब आ इदा का फैक्ट जो कि सिर्फ तो सिर्फ ए की नॉलेज दे विच हैगा सी वो ए नूं ही साबित करना पैना है। द बर्डन ऑफ प्रूविंग कि ए ने टिकट खरीदी सी या नहीं सी टिकट खरीदी, ए दे कोल टिकट हैगी सी या नहीं सी हैगी, ए दी बर्डन ए दे उत्ते ही हैगी है। तो सैक्शन नंबर 106 भी इस ही सिद्धांत नूं समझाने की कोशिश करता है। तो की दस्सिया है जी, बर्डन ऑफ प्रूविंग फैक्ट ਉਹਨਾਂ ਫੈਕਟ ਨੂੰ ਪ੍ਰੂਫ ਕਰਨ ਦੀ ਬਰਡਨ ਕਿਸ ਵਿਅਕਤੀ ਦੇ ਉੱਤੇ ਹੋਏਗੀ ਜਿਸ ਫੈਕਟ ਦੀ ਨੌਲੇਜ ਸਿਰਫ ਤੇ ਸਿਰਫ ਉਹਦੀ ਆਪ ਦੀ ਨੌਲੇਜ ਦੇ ਵਿੱਚ ਹੀ ਹੈਗੀ ਆ, ਸਪੈਸ਼ਲੀ ਵਿਦਿਨ ਨੌਲੇਜ। ਬਰਡਨ ਆਫ ਪ੍ਰੂਵਿੰਗ ਫੈਕਟ ਸਪੈਸ਼ਲੀ ਵਿਦਿਨ ਨੌਲੇਜ। ਤਾਂ ਕੀ ਲਿਖਿਆ ਹੈ ਜੀ, when any fact is when any fact is especially within the knowledge of any person। ਜਦੋਂ ਕੋਈ ਫੈਕਟ ਇੱਕ ਵਿਅਕਤੀ ਦੀ ਨੌਲੇਜ ਦੇ ਵਿੱਚ ਸਪੈਸ਼ਲੀ ਹੈਗਾ ਏ, then the burden of proving that fact is upon him। illustration ਨੰਬਰ A ਦੇ ਵਿੱਚ ਦੱਸਿਆ ਏ, when a person does an act with some intention। ਜਦੋਂ ਇੱਕ ਵਿਅਕਤੀ ਇੱਕ ਇਦਾਂ ਦੀ ਇੰਟੈਂਸ਼ਨ ਦੇ ਨਾਲ ਕੰਮ ਕਰਦਾ ਏ ਜਿਸ ਇੰਟੈਂਸ਼ਨ ਦੇ ਬਾਰੇ ਸਿਰਫ ਉਹਨੂੰ ਹੀ ਪਤਾ ਏ, ਜਦ ਕਿ ਜੋ ਸਰਕਮਸਟੈਂਸ ਹੈਗੇ ਆ ਜਾਂ ਉਸ ਐਕਟ ਦਾ ਜੋ ਕਰੈਕਟਰ ਹੈਗਾ ਏ ਉਹ ਅਦਰਵਾਈਜ਼ ਗੱਲ ਨੂੰ ਦੱਸਦੇ ਪਏ ਨੇ। ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਏ ਨੇ ਬੀ ਨੂੰ ਧੱਕਾ ਮਾਰਿਆ। ਏ ਨੇ ਬੀ ਨੂੰ ਧੱਕਾ ਮਾਰਿਆ ਤੇ ਏ ਦੀ ਬੀ ਦੇ ਨਾਲ ਦੁਸ਼ਮਣੀ ਵੀ ਸੀ। ਏ ਦੀ ਬੀ ਦੇ ਨਾਲ ਦੁਸ਼ਮਣੀ ਵੀ ਸੀ ਤੇ ਏ ਦੇ ਧੱਕਾ ਮਾਰਨ ਦੇ ਨਾਲ ਬੀ ਨੂੰ ਕੁਝ ਸੱਟਾਂ ਲੱਗ ਗਈਆਂ। तो ਸਰਕਮਸਟੈਂਸਿਸ ਤਾਂ ਇਹ ਦੱਸਦੇ ਪਏ ਆ ਕਿ ਏ ਨੂੰ ਬੀ ਤੇ ਗੁੱਸਾ ਆਉਣਾ, ਬੀ ਨੂੰ ਅੱਜ ਉਹਨੇ ਧੱਕਾ ਮਾਰਿਆ ਤੇ ਜਿਸ ਨਾਲ ਬੀ ਨੂੰ ਸੱਟ ਲੱਗ ਗਈ। ਹੁਣ ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਦੂਜੇ ਪਾਸੋਂ ਇੱਕ ਟਰੱਕ ਆਣ ਡਿਆ ਸੀ। ਅਗਰ ਮੰਨ ਲਓ ਏ ਬੀ ਨੂੰ ਧੱਕਾ ਨਾ ਮਾਰਦਾ ਤੇ ਬੀ ਨੇ ਮਰ ਜਾਣਾ ਸੀ। ਤਾਂ ਉਹਦੀ ਇੰਟੈਂਸ਼ਨ ਸਾਫ਼ ਸੀ। ਇਹ ਸਾਬਤ ਕੌਣ ਕਰੂਗਾ? ਇਹ ਉਹੀ ਵਿਅਕਤੀ ਸਾਬਤ ਕਰੂਗਾ, ਇਹੀ ਸਾਬਤ ਕਰੂਗਾ ਕਿ ਉਸ ਨੂੰ ਧੱਕਾ ਮਾਰਨ ਦੀ ਜਿਹੜੀ ਇੰਟੈਂਸ਼ਨ ਸੀ, ਬੀ ਨੂੰ ਧੱਕਾ ਮਾਰਨ ਦੀ ਜੋ ਏ ਦੀ ਇੰਟੈਂਸ਼ਨ ਸੀ ਉਹ ਮਾੜੀ ਇੰਟੈਂਸ਼ਨ ਨਹੀਂ ਸੀ, ਉਹ ਇੱਕ ਚੰਗੀ ਇੰਟੈਂਸ਼ਨ ਸੀ। तो इस इंटेंशन ਨੂੰ ਸਾਬਤ ਕਰਨ ਦੀ ਬਰਡਨ ਕਿਹਦੇ ਉੱਤੇ ਹੋਏਗੀ? ਉਸ ਏ ਵਿਅਕਤੀ ਦੇ ਉੱਤੇ ਹੀ ਹੋਏਗੀ। तो एक बार मैं पढ़ देना, when a person does an act with some intention other than that which the character and circumstances of the act suggest, the burden of proving that intention is upon him। तो दूसरी एग्जाम्पल ਦੇ ਵਿੱਚ ਕੀ ਆ, ਏ ਦੇ ਖਿਲਾਫ ਚਾਰਜ ਲੱਗ ਗਿਆ। ਕੀ ਚਾਰਜ ਲੱਗਾ? with traveling on a railway without a ticket। ਕੀ ਰੇਲਵੇ ਦੇ ਵਿੱਚ ਸਫ਼ਰ ਤਾਂ ਇਹ ਕਰਦਾ ਪਿਆ ਏ ਪਰ ਬਿਨਾਂ ਟਿਕਟ ਤੋਂ ਕਰਦਾ ਪਿਆ ਏ। the burden of proving that he had a ticket is on him।
ਬਰਡਨ ਆਫ ਪ੍ਰੂਵਿੰਗ ਕਿ ਏ ਦੇ ਕੋਲ ਟਿਕਟ ਹੈਗੀ ਸੀ ਜਾਂ ਨਹੀਂ ਸੀ ਹੈਗੀ, ਇਹ ਏ ਦੇ ਉੱਤੇ ਹੈਗੀ ਹੈ। ਏ ਹੈਜ਼ ਟੂ ਗਿਵ ਦੀ ਐਵੀਡੈਂਸ ਕਿ ਮੇਰੇ ਕੋਲ ਟਿਕਟ ਹੈਗੀ ਸੀ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ ਨੰਬਰ 106, ਬਰਡਨ ਆਫ ਪ੍ਰੂਵਿੰਗ ਫੈਕਟ ਸਪੈਸ਼ਲੀ ਵਿਦਿਨ ਨੌਲੇਜ। ਹੁਣ ਅਸੀਂ ਗੱਲ ਕਰਦੇ ਹਾਂ ਸੈਕਸ਼ਨ ਨੰਬਰ 107 ਦੇ ਬਾਰੇ। ਹੁਣ ਸੈਕਸ਼ਨ ਨੰਬਰ 107 ਤੇ 108 ਆਪਸ ਦੇ ਵਿੱਚ ਜੁੜੇ ਆ। ਸੈਕਸ਼ਨ ਦੇ ਨੰਬਰ ਵੱਖਰੇ ਵੱਖਰੇ ਆ, ਪਰ ਸਿਧਾਂਤ ਇੱਕ ਹੀ ਸਮਝਾਉਂਦੇ ਆ ਇਨਡਾਇਰੈਕਟ ਵੇ ਦੇ ਵਿੱਚ। ਹੁਣ ਮੰਨ ਲਓ ਫॉर ਐਗਜ਼ਾਮਪਲ ਦੇ ਤੌਰ ਦੇ ਉੱਤੇ ਇੱਕ ਸੋਹਣ ਸਿੰਘ ਹੈਗਾ ਸੀ, ਜਿਹਦੇ ਬਾਰੇ ਸਾਨੂੰ ਪਤਾ ਲੱਗਾ ਕਿ ਅੱਜ ਤੋਂ 30 ਸਾਲ ਪਹਿਲਾਂ ਉਹ ਵਿਅਕਤੀ ਜਿੰਦਾ ਸੀ। 30 ਸਾਲ ਦੇ ਵਿੱਚ ਉਹ ਵਿਅਕਤੀ ਜਿੰਦਾ ਸੀ। ਮੰਨ ਲਓ ਕੋਰਟ ਦੇ ਵਿੱਚ ਕੇਸ ਚੱਲਿਆ, ਉਸ ਵਿਅਕਤੀ ਦੇ ਬਾਰੇ ਕੁਝ ਕੁਐਸਚਨ ਅਰਾਈਜ਼ ਹੋਇਆ ਕਿ ਉਹ ਬੰਦਾ ਜਿੰਦਾ ਏ ਜਾਂ ਮਰ ਗਿਆ ਏ, ਪਰ ਇੱਕ ਪਾਰਟੀ ਨੇ ਇਹ ਗੱਲ ਸਾਬਤ ਕਰ ਦਿੱਤੀ ਕਿ ਵਿਦਿਨ ਦਿਸ ਪਾਰਟਿਕੂਲਰ ਪੀਰੀਅਡ ਆਫ 30 ਇਅਰਸ ਅਸੀਂ ਉਹਦੇ ਬਾਰੇ ਕੁਝ ਸੁਣਦੇ ਰਹੇ ਹਾਂ, ਉਹ ਜਿੰਦਾ ਹੀ ਹੈਗਾ ਸੀ। ਅਗਰ ਮੰਨ ਲਓ ਦੂਸਰੀ ਪਾਰਟੀ ਇਹ ਕਹਿੰਦੀ ਪਈ ਆ ਕਿ ਉਹ ਸੋਹਣ ਸਿੰਘ ਮਰ ਚੁੱਕਾ ਏ, ਉਹ ਸੋਹਣ ਸਿੰਘ ਮਰ ਚੁੱਕਾ ਏ, ਤਾਂ ਬਰਡਨ ਆਫ ਪ੍ਰੂਵ ਕਰਨ ਦੀ ਜ਼ਿੰਮੇਵਾਰੀ ਕਿਹਦੇ ਉੱਤੇ ਹੋਏਗੀ? ਉਸ ਵਿਅਕਤੀ ਦੇ ਉੱਤੇ ਹੋਏਗੀ ਜੋ ਕਿ ਇਹ ਕਹਿੰਦਾ ਪਿਆ ਏ ਕਿ ਉਹ ਵਿਅਕਤੀ ਮਰ ਚੁੱਕਾ ਹੈਗਾ ਏ। ਤਾਂ ਸੈਕਸ਼ਨ ਨੰਬਰ 107 ਦੇ ਵਿੱਚ ਕੀ ਦੱਸਿਆ? ਬਰਡਨ ਆਫ ਪ੍ਰੂਵਿੰਗ ਡੈਥ ਆਫ ਪਰਸਨ known to have been alive within 30 years when the question is, ਜਦੋਂ ਕੋਰਟ ਦੇ ਵਿੱਚ ਕੁਐਸਚਨ ਆਉਂਦਾ ਏ whether a man is alive or dead, ਕਿ ਇੱਕ ਵਿਅਕਤੀ ਜਿੰਦਾ ਹੈਗਾ ਏ ਜਾਂ ਮਰ ਗਿਆ ਏ, ਤੇ ਪਰ ਕੋਰਟ ਦੇ ਵਿੱਚ ਇਹ ਐਵੀਡੈਂਸ ਸ਼ੋ ਹੋਈ ਪਈ ਆ ਐਂਡ ਇਟ ਇਜ਼ ਸ਼ੋਨ that he was alive within 30 years। तो ਜਦੋਂ ਇਹ ਕੁਐਸਚਨ ਅਰਾਈਜ਼ ਹੋਇਆ, ਇਸ ਕੁਐਸਚਨ ਅਰਾਈਜ਼ ਹੋਣ ਤੋਂ 30 ਸਾਲ ਦੇ ਵਿਦਿਨ ਉਹ ਬੰਦਾ ਜਿੰਦਾ ਸੀ। तो अगर कोई व्यक्ति कह रहा है कि वो बंदा मर गया है, वो व्यक्ति मर गया है, तो साबित करे कि वो व्यक्ति मर गया है। The burden of proving that he is dead is on the person who affirms it। मतलब जो कहता पिया है कि वो व्यक्ति मर गया है, तो साबित करे कि वो व्यक्ति मर गया है। तो बर्डन ऑफ प्रूफ किहदे उत्ते होएगी कि बंदा मर गया या नहीं मर गया? उस व्यक्ति दे उत्ते बर्डन ऑफ प्रूविंग होएगी कि जिहड़ा कहण दिया है कि वो व्यक्ति इन क्वेश्चन मर गया होया है। he has to give the evidence of the death certificate produce ਕਰਨਾ ਪੈਣਾ, ਤੇ ਜਾਂ ਕੋਈ ਹੋਰ ਕੋਈ ਗਵਾਹੀ ਦੇਣੀ ਪੈਣੀ ਹੈ ਜਿਹਦੇ ਨਾਲ ਇਹ ਸਾਬਤ ਹੋਵੇ ਕਿ ਜਿਹੜਾ ਵਿਅਕਤੀ 30 ਸਾਲ ਦੇ ਟਾਈਮ ਪੀਰੀਅਡ ਦੇ ਵਿੱਚ ਜਿੰਦਾ ਸੀ, ਸੁਣਿਆ ਹੀ, ਉਹ ਮਰ ਗਿਆ ਵਾ। ਠੀਕ ਹੈ, ਸੈਕਸ਼ਨ ਨੰਬਰ 107 ਨੂੰ ਮੈਂ ਰਿਪੀਟ ਕਰਨਾ। burden of proving death of person known to have been alive within 30 years when the question is whether a man is alive or dead। ਜਦੋਂ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਇੱਕ ਵਿਅਕਤੀ ਅਲਾਈਵ ਆ ਜਾਂ ਡੈਡ ਆ, and it is shown that he was alive within 30 years, the burden of proving that he is dead is on the person who affirms it। So this is something about section number 107। ਹੁਣ ਅਸੀਂ ਗੱਲ ਕਰਦੇ ਹਾਂ ਸੈਕਸ਼ਨ ਨੰਬਰ 108 ਦੇ ਬਾਰੇ। ਅਗਰ ਮੰਨ ਲਓ ਇੱਕ ਵਿਅਕਤੀ ਦੇ ਬਾਰੇ ਉਹਨਾਂ ਵਿਅਕਤੀਆਂ ਨੇ ਸੁਣਿਆ ਨਹੀਂ ਜਿਨ੍ਹਾਂ ਦੇ ਨਾਲ ਉਹ ਵਿਅਕਤੀ ਖਾਂਦਾ ਸੀ, ਪੀਂਦਾ ਸੀ, ਜਾਂ ਜਿਨ੍ਹਾਂ ਦਾ ਉਹ ਰਿਲੇਟਿਵ ਸੀ, ਜਿਹਦਾ ਘਰ ਵਾਲਾ ਸੀ, ਜਿਨ੍ਹਾਂ ਦਾ ਪਿਓ ਸੀ, ਜਾਂ ਜਿਨ੍ਹਾਂ ਦਾ ਬੱਚਾ ਸੀ, ਜਾਂ ਜਿਨ੍ਹਾਂ ਦਾ ਦੋਸਤ ਹੈਗਾ ਸੀ। ਮੰਨ ਲਓ ਇੱਕ ਵਿਅਕਤੀ, ਉਹੀ ਸੋਹਣ ਸਿੰਘ ਦੀ ਗੱਲ ਕਰਦੇ ਹਾਂ ਜੋ ਕਿ ਇੱਕ ਇਮੈਜਿਨਰੀ ਫਿਗਰ ਆ, ਨਾਮ ਹੈਗਾ ਇਸ ਐਗਜ਼ਾਮਪਲ ਦੇ ਵਿੱਚ। ਸੋਹਣ ਸਿੰਘ ਦੇ ਘਰਦਿਆਂ ਨੂੰ ਸੋਹਣ ਸਿੰਘ ਦੇ ਬਾਰੇ 7 ਸਾਲ ਹੋ ਗਿਆ, ਉਹਦੇ ਬਾਰੇ ਨਾ ਕੁਝ ਪਤਾ ਲੱਗਾ, ਨਾ ਇਹ ਪਤਾ ਵਾ ਕਿ ਉਹ ਬੰਦਾ ਜਿੰਦਾ ਵਾ ਜਾਂ ਮਰ ਗਿਆ ਹੈ। ਜਦੋਂ ਕੁਐਸਚਨ ਇਹ ਅਰਾਈਜ਼ ਹੁੰਦਾ ਹੈ ਕਿ ਸੋਹਣ ਸਿੰਘ ਹੁਣ ਅੱਜ ਦੀ ਡੇਟ ਵਿੱਚ ਜਿੰਦਾ ਹੈ ਜਾਂ ਮਰ ਗਿਆ ਹੈ, ਤੇ ਕੋਰਟ ਦੇ ਵਿੱਚ ਇਹ ਗੱਲ ਸਾਬਤ ਹੋ ਚੁੱਕੀ ਆ ਕਿ ਉਹ ਵਿਅਕਤੀ ਜੋ ਉਸ ਵਿਅਕਤੀ ਦੇ ਬਾਰੇ ਨੈਚੁਰਲੀ ਸੁਣਦੇ ਹੁੰਦੇ ਸੀ, ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕਿ ਉਹ ਵਿਅਕਤੀ 7 ਸਾਲ ਤੋਂ ਜਿੰਦਾ ਹੈਗਾ ਜਾਂ ਮਰ ਗਿਆ ਹੈ। ਤਾਂ ਕੋਰਟ ਪਹਿਲੇ ਨੰਬਰ ਦੇ ਉੱਤੇ ਪ੍ਰਜ਼ਿਊਮ ਕੀ ਕਰੇਗੀ ਕਿ ਉਹ ਵਿਅਕਤੀ ਦੀ ਡੈਥ ਹੋ ਗਈ ਹੈ। ਤਾਂ ਇਸ ਤਰ੍ਹਾਂ ਦੀ ਡੈਥ ਨੂੰ ਆਪਾਂ ਕੀ ਕਹਿੰਦੇ ਹਾਂ? ਸਿਵਲ ਡੈਥ। ਚਾਹੇ ਉਹਦੀ ਡੈਥ ਐਕਚੁਅਲੀ ਹੋਈ ਜਾਂ ਨਹੀਂ ਹੋਈ, ਪਰ ਕੋਰਟ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਆ ਕਿ ਉਹ ਵਿਅਕਤੀ ਮਰ ਗਿਆ ਹੈ। ਤੇ ਅਗਰ ਕੋਈ ਵਿਅਕਤੀ ਕਹਿੰਦਾ ਹੈ ਕਿ ਸੱਚ ਉਹ ਵਿਅਕਤੀ ਜਿਹਦੇ ਬਾਰੇ ਗੱਲ ਕੀਤੀ ਜਾ ਰਹੀ ਆ, ਉਹ ਵਿਅਕਤੀ ਮਰਿਆ ਨਹੀਂ, ਉਹ ਵਿਅਕਤੀ ਜਿੰਦਾ ਹੈ, ਤੇ ਬਰਡਨ ਆਫ ਪ੍ਰੂਵਿੰਗ ਉਸ ਵਿਅਕਤੀ ਦੇ ਉੱਤੇ ਸ਼ਿਫਟ ਹੋ ਜਾਂਦੀ ਹੈ ਜੋ ਕਿ ਇਸ ਗੱਲ ਨੂੰ ਅਫਰਮ ਕਰਦਾ ਪਿਆ ਹੈ ਕਿ ਉਹ ਵਿਅਕਤੀ ਜਿਹੜਾ ਵਾ ਉਹ ਜਿੰਦਾ ਹੈਗਾ ਹੈ। ਤਾਂ ਸੈਕਸ਼ਨ ਨੰਬਰ 107 ਦੇ ਵਿੱਚ ਕੀ ਕਿਹਾ ਕਿ ਅਗਰ ਇੱਕ ਵਿਅਕਤੀ ਸ਼ੋ ਹੋ ਗਿਆ ਕਿ ਉਹ 30 ਸਾਲ ਦੇ ਵਿੱਚ ਜਿੰਦਾ ਸੀ, ਇਹਦਾ ਮਤਲਬ ਉਹਦੇ ਬਾਰੇ ਸੁਣਿਆ ਜਾ ਰਿਹਾ ਵਾ ਕਦੀ ਕਦਾਤ ਕਿ ਉਹ ਬੰਦਾ ਮਤਲਬ ਕਿ ਜਿੰਦਾ ਹੈਗਾ ਏ, ਤਾਂ ਉਸ ਟਾਈਮ ਦੇ ਉੱਤੇ ਇਹ ਮੰਨੀ ਜਾਂਦੀ ਹੈ ਪਹਿਲੇ ਨੰਬਰ ਦੇ ਉੱਤੇ ਗੱਲ ਕਿ ਉਹ ਬੰਦਾ ਜਿੰਦਾ ਏ। ਅਗਰ ਕੋਈ ਵਿਅਕਤੀ ਇਸ ਗੱਲ ਦੀ ਗਵਾਹੀ ਦੇਣਾ ਚਾਹੁੰਦਾ ਹੈ, ਇਸ ਗੱਲ ਦੇ ਉੱਤੇ ਅਫਰਮ ਕਰਦਾ ਕਿ ਉਹ ਵਿਅਕਤੀ ਮਰ ਗਿਆ ਹੈ, ਹੀ ਹੈਜ਼ ਟੂ ਪ੍ਰੂਫ। ਪਰ ਸੈਕਸ਼ਨ 108 ਦੇ ਵਿੱਚ ਕੀ ਆ ਕਿ ਅਗਰ ਇੱਕ ਵਿਅਕਤੀ ਦੇ ਬਾਰੇ 7 ਸਾਲ ਹੋ ਗਿਆ,
ਉਹਨਾਂ ਵਿਅਕਤੀਆਂ ਨੂੰ ਵੀ ਨਹੀਂ ਪਤਾ ਜਿਨ੍ਹਾਂ ਦੇ ਨਾਲ ਉਹ ਖਾਂਦਾ ਪੀਂਦਾ ਸੀ, ਜਿਨ੍ਹਾਂ ਦਾ ਉਹ ਰਿਲੇਟਿਵ ਹੈਗਾ ਸੀ, ਉਹਨਾਂ ਨੂੰ ਵੀ ਨਹੀਂ ਪਤਾ ਕਿ ਉਹ ਬੰਦਾ ਜਿੰਦਾ ਵਾ ਜਾਂ ਮਰ ਗਿਆ ਵਾ। ਤੇ ਇਹ ਗੱਲ ਨਾਰਮਲੀ ਪ੍ਰਜ਼ਿਊਮ ਕੀਤੀ ਜਾਂਦੀ ਹੈ ਕਿ ਉਹ ਵਿਅਕਤੀ ਮਰ ਗਿਆ ਵਾ। ਪਰ ਅਗਰ ਕੋਈ ਕੇਸ ਦੇ ਵਿੱਚ ਕੋਈ ਪਾਰਟੀ ਕਹਿੰਦੀ ਹੈ ਕਿ ਉਹ ਵਿਅਕਤੀ ਮਰਿਆ ਨਹੀਂ, ਉਹ ਵਿਅਕਤੀ ਜਿੰਦਾ ਵਾ, ਹੀ ਹੈਜ਼ ਟੂ ਪ੍ਰੂਫ ਬਿਫੋਰ ਦਾ ਕੋਰਟ ਕਿ ਉਹ ਵਿਅਕਤੀ ਮਰਿਆ ਨਹੀਂ ਹੈਗਾ, ਉਹ ਵਿਅਕਤੀ ਜਿੰਦਾ ਹੈਗਾ ਜੀ। तो सेक्शन नंबर 108 एक बार मैं पढ़ा देना। Burden of proving that person is alive who has not been heard of for 7 years, provided that when the question is whether a man is alive or dead, कि एक व्यक्ति alive हैगा है या मर गया है, and it is proved that he has not been heard of for 7 years, कि 7 साल हो गए, 7 साल तो उस व्यक्ति के बारे किसी ने सुनिया नहीं, ਉਹਨਾਂ ਵਿਅਕਤੀਆਂ ਨੇ by those who would naturally have heard of him, ਜੋ ਕਿ ਉਹਦੇ ਬਾਰੇ ਨਾਰਮਲੀ ਗੱਲਾਂ ਸੁਣਦੇ ਰਹਿੰਦੇ ਸੀ, if he had been alive, the burden of proving that he is alive is shifted to the person who affirms it। तो इस तरह की डेथ ਨੂੰ ਅਸੀਂ ਸਿਵਲ ਡੈਥ ਵੀ ਕਹਿ ਦਿੰਦੇ ਹਾਂ। तो ਸਿਵਲ ਡੈਥ ਦਾ ਅਗਰ ਕੁਐਸਚਨ ਆ ਜਾਂਦਾ ਹੈ then section number 108 of Indian Evidence Act 1872 is very important। ਉਸ ਤੋਂ ਬਾਅਦ section number 109 ਦੀ ਗੱਲ ਕਰਦੇ ਹਾਂ, burden of proof as to the relationship in the cases of partners, landlord and tenant, principal and agent। अगर मान लो दो व्यक्ति हैगे ही, दो व्यक्ति आपस ਦੇ ਵਿੱਚ ਇਸ ਤਰੀਕੇ ਨਾਲ ਰਹਿੰਦੇ ਸੀ ਕਿ ਨਾਰਮਲੀ ਲੋਕੀ ਉਹਨਾਂ ਨੂੰ ਕੀ ਮੰਨਦੇ ਸੀ, ਜਾਂ ਤਾਂ ਪਾਰਟਨਰ ਮੰਨਦੇ ਸੀ, ਜਾਂ ਲੈਂਡਲॉर्ड ਐਂਡ ਟੈਨੈਂਟ ਮੰਨਦੇ ਸੀ, ਜਾਂ ਪ੍ਰਿੰਸੀਪਲ ਤੇ ਏਜੰਟ ਮੰਨਦੇ ਪਏ ਸੀ। ਤਾਂ ਸਰਕਮਸਟੈਂਸ ਇਦਾਂ ਦੇ ਸ਼ੋ ਹੋ ਗਏ ਕਿ ਜਿਨ੍ਹਾਂ ਦੇ ਨਾਲ ਇਹ ਲੱਗਦਾ ਪਿਆ ਕਿ ਦੋ ਵਿਅਕਤੀਆਂ ਦਾ ਆਪਸ ਦੇ ਵਿੱਚ ਜੋ ਰਿਲੇਸ਼ਨਸ਼ਿਪ ਆ, ਜਾਂ ਤਾਂ ਪਾਰਟਨਰ ਦਾ ਵਾ, ਜਾਂ ਲੈਂਡਲॉर्ड ਐਂਡ ਟੈਨੈਂਟ ਦਾ ਵਾ, ਜਾਂ ਪ੍ਰਿੰਸੀਪਲ ਤੇ ਏਜੰਟ ਦਾ ਹੈਗਾ। ਮੰਨ ਲਓ ਅਗਰ ਉਹ ਵਿਅਕਤੀਆਂ ਦੇ ਵਿੱਚੋਂ ਇੱਕ ਵਿਅਕਤੀ ਕਹਿੰਦਾ ਕਿ ਨਹੀਂ ਮੈਂ ਦੂਸਰੇ ਵਿਅਕਤੀ ਦਾ ਪਾਰਟਨਰ ਨਹੀਂ ਹੈਗਾ, ਅਗਰ ਇੱਕ ਵਿਅਕਤੀ ਕਹਿੰਦਾ ਕਿ ਸਾਡੇ ਵਿੱਚ ਲੈਂਡਲॉर्ड ਟੈਨੈਂਟ ਦਾ ਰਿਲੇਸ਼ਨਸ਼ਿਪ ਨਹੀਂ ਹੈਗਾ, ਜਾਂ ਪ੍ਰਿੰਸੀਪਲ ਐਂਡ ਏਜੰਟ ਦਾ ਰਿਲੇਸ਼ਨਸ਼ਿਪ ਨਹੀਂ ਹੈਗਾ, ਇਹ ਬਰਡਨ ਆਫ ਪ੍ਰੂਫ ਉਹਨਾਂ ਵਿਅਕਤੀਆਂ ਦੇ ਉੱਤੇ ਹੋਏਗੀ ਜੋ ਕਿ ਇਹ ਕਹਿੰਦੇ ਨੇ ਕਿ ਅਸੀਂ ਪਾਰਟਨਰ ਨਹੀਂ ਹੈਗੇ, ਅਸੀਂ ਲੈਂਡਲॉर्ड ਐਂਡ ਟੈਨੈਂਟ ਨਹੀਂ ਹੈਗੇ, ਅਸੀਂ ਪ੍ਰਿੰਸੀਪਲ ਐਂਡ ਏਜੰਟ ਨਹੀਂ ਹੈਗੇ। ਮੰਨ ਲਓ ਕਿਸੇ ਟਾਈਮ ਦੇ ਉੱਤੇ ਉਹ ਪਾਰਟਨਰ ਲੈਂਡਲॉर्ड ਐਂਡ ਪ੍ਰਿੰਸੀਪਲ ਲੈਂਡਲॉर्ड ਪਾਰਟਨਰ ਸੀ, ਜਾਂ ਲੈਂਡਲॉर्ड ਐਂਡ ਪ੍ਰਿੰਸੀਪਲ ਦਾ ਰਿਲੇਸ਼ਨਸ਼ਿਪ ਹੈਗਾ ਹੀ, ਲੈਂਡਲॉर्ड ਐਂਡ ਟੈਨੈਂਟ ਦਾ ਰਿਲੇਸ਼ਨਸ਼ਿਪ ਹੈਗਾ ਹੀ, ਪ੍ਰਿੰਸੀਪਲ ਐਂਡ ਏਜੰਟ ਦਾ ਰਿਲੇਸ਼ਨਸ਼ਿਪ ਹੈਗਾ ਹੀ, ਤੇ ਉਹ ਰਿਲੇਸ਼ਨਸ਼ਿਪ ਖਤਮ ਹੋ ਗਿਆ। तो कोर्ट यही प्रज्यूम करेगी कि ये पार्टनर का रिलेशनशिप, लैंडलॉर्ड एंड टेनेंट का रिलेशनशिप, प्रिंसीपल एंड एजेंट का रिलेशनशिप कंटिन्यू आ। ਤੇ ਇਹ ਬਰਡਨ ਆਫ ਪ੍ਰੂਫ ਕਿਹਦੇ ਉੱਤੇ ਹੈਗਾ ਵਾ ਕਿ ਇਹ ਰਿਲੇਸ਼ਨਸ਼ਿਪ ਖਤਮ ਹੋ ਗਿਆ, ਉਸ ਵਿਅਕਤੀ ਦੇ ਉੱਤੇ ਬਰਡਨ ਆਫ ਪ੍ਰੂਫ ਹੈਗਾ ਏ ਜਿਹੜਾ ਕਿ ਕਹਿ ਰਿਹਾ ਏ ਕਿ ਇਹਨਾਂ ਦਾ ਰਿਲੇਸ਼ਨਸ਼ਿਪ ਖਤਮ ਹੋ ਗਿਆ ਏ, ਪਾਰਟਨਰ ਦਾ, ਲੈਂਡਲॉर्ड ਟੈਨੈਂਟ ਦਾ ਤੇ ਪ੍ਰਿੰਸੀਪਲ ਏਜੰਟ ਦਾ। ਸੈਕਸ਼ਨ ਨੰਬਰ 109 ਨੂੰ ਇੱਕ ਵਾਰ ਮੈਂ ਪੜ੍ਹ ਦਿੰਦਾ। ਪ੍ਰਿੰਸੀਪਲ ਆਫ ਪ੍ਰੂਫ as to the relationship in the cases of partners, landlord and tenant, principal and agent, when the question is whether persons are partners, landlord and tenant, or principal and agent, and it has been shown that they have been acting as such, कि ਉਹ ਪਾਰਟਨਰ ਦੇ ਤੌਰ ਦੇ ਉੱਤੇ, ਲੈਂਡਲॉर्ड ਐਂਡ ਟੈਨੈਂਟ ਦੇ ਤੌਰ ਦੇ ਉੱਤੇ, ਜਾਂ ਪ੍ਰਿੰਸੀਪਲ ਐਂਡ ਏਜੰਟ ਦੇ ਤੌਰ ਦੇ ਉੱਤੇ ਕੰਮ ਕਰਦੇ ਪਏ ਸੀ, ਐਕਟ ਸ਼ੋ ਹੁੰਦੇ ਪਏ ਲੋਕਾਂ ਨੂੰ। the burden of proving that they do not stand or cease to stand to each other in those relationship respectively is on the person who affirm it। ਤੇ ਜਿਹੜਾ ਇਸ ਗੱਲ ਦੀ ਅਫਰਮੇਸ਼ਨ ਕਰਦਾ ਕਿ ਇਹ ਰਿਲੇਸ਼ਨਸ਼ਿਪ ਨਹੀਂ ਹੈਗਾ ਜਾਂ ਰਿਲੇਸ਼ਨਸ਼ਿਪ ਖਤਮ ਹੋ ਗਿਆ ਹੈ, ਉਹਨੂੰ ਸਾਬਤ ਕਰਨਾ ਪੈਣਾ ਕਿ ਇਹ ਤਿੰਨ ਜਿਹੜੇ ਰਿਲੇਸ਼ਨਸ਼ਿਪ 109 ਦੇ ਵਿੱਚ ਅਸੀਂ ਪੜ੍ਹੇ ਆ, ਇਹ ਰਿਲੇਸ਼ਨਸ਼ਿਪ ਇਹਨਾਂ ਵਿਅਕਤੀਆਂ ਦੇ ਵਿੱਚ ਹੈਗਾ ਹੀ ਨਹੀਂ ਸੀ, ਤੇ ਜਾਂ ਹੈਗਾ ਸੀ ਪਰ ਖਤਮ ਹੋ ਗਿਆ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ ਨੰਬਰ 109 ਆਫ ਇੰਡੀਅਨ ਐਵੀਡੈਂਸ ਐਕਟ 1872। ਹੁਣ ਅਸੀਂ ਗੱਲ ਕਰਾਂਗੇ ਸੈਕਸ਼ਨ ਨੰਬਰ 110 ਦੇ ਬਾਰੇ, ਬਰਡਨ ਆਫ ਪ੍ਰੂਫ ਐਸ ਟੂ ਓਨਰਸ਼ਿਪ। ਹੁਣ ਮੰਨ ਲਓ ਫੋਰ ਐਗਜ਼ਾਮਪਲ ਦੇ ਤੌਰ ਦੇ ਉੱਤੇ ਅਗਰ ਤੁਸੀਂ ਕਿਸੇ ਪਿੰਡ ਦੇ ਵਿੱਚ ਜਾਂਦੇ ਹੋ, ਲਾਲ ਲਕੀਰ ਦੇ ਅੰਦਰ ਜਿਨ੍ਹਾਂ ਦੇ ਘਰ ਹੁੰਦੇ ਆ, ਤਾਂ ਜਿਹਦਾ ਕਬਜ਼ਾ ਉਹੀ ਮਾਲਕ। ਜਾਂ ਫੋਰ ਐਗਜ਼ਾਮਪਲ ਦੇ ਤੌਰ ਤੇ ਮੇਰੇ ਕੋਲ ਇੰਡੀਅਨ ਐਵੀਡੈਂਸ ਐਕਟ 1872 ਦਾ ਬੇਅਰ ਐਕਟ ਹੈਗਾ ਜੀ, ਇਹਦਾ ਮਤਲਬ ਆਈ ਐਮ ਇਨ ਦੀ ਪੋਜੀਸ਼ਨ ਆਫ ਦਿਸ ਬੁੱਕ। ਤੇ ਲਾਅ ਕੀ ਪ੍ਰਜ਼ਿਊਮ ਕਰੇਗਾ ਕਿ ਜੇ ਬੁੱਕ ਮੇਰੇ ਕੋਲ ਆ, ਬੁੱਕ ਦਾ ਮਾਲਕ ਵੀ ਮੈਂ ਹੀ ਹੈਗਾ ਵਾਂ। ਜੇ ਕੋਈ ਜ਼ਮੀਨ ਮੇਰੇ ਕੋਲ ਹੈਗੀ ਆ ਜਿਹਦਾ ਮੈਂ ਕਬਜ਼ੇ ਦੇ ਵਿੱਚ ਹੈਗਾ ਵਾਂ, ਤਾਂ ਉਹ ਜ਼ਮੀਨ ਦਾ ਮਾਲਕ ਵੀ ਮੈਂ ਹੈਗਾ। ਠੀਕ ਹੈ ਜੀ। ਤਾਂ ਇੱਕ ਗੱਲ ਹੈਗੀ ਹੈ ਕਿ ਅਗਰ ਕੋਈ ਵਿਅਕਤੀ ਕਵੇ ਕਿ ਇਹ ਵਿਅਕਤੀ ਜਿਹੜੇ ਉਹ ਪ੍ਰੋਪਰਟੀ ਦੀ ਪੋਜੀਸ਼ਨ ਰੱਖ ਰਿਹਾ ਵਾ, ਇਹ ਮਾਲਕ ਨਹੀਂ ਹੈਗਾ, ਇਹ ਮਾਲਕ ਨਹੀਂ ਹੈਗਾ, ਇਹ ਬਰਡਨ ਆਫ ਪ੍ਰੂਫ ਕਿਹਦੇ ਉੱਤੇ ਹੈਗੀ ਆ ਕਿ ਇਹ ਬੰਦਾ ਮਾਲਕ ਨਹੀਂ ਹੈਗਾ? ਉਸ ਵਿਅਕਤੀ ਦੇ ਉੱਤੇ ਹੈਗਾ ਵਾ ਜੋ ਕਿ ਇਹ ਕਹਿ ਰਿਹਾ ਕਿ ਇਹ ਵਿਅਕਤੀ ਮਾਲਕ ਨਹੀਂ ਹੈਗਾ। ਫੋਰ ਐਗਜ਼ਾਮਪਲ, ਇਫ ਅ ਪਰਸਨ ਇਜ਼ ਲਿਵਿੰਗ ਇਨ ਅ ਹਾਊਸ, ठीक है, if a person is in the possession of a house but other person कह रहा है कि yeah that this person is not the owner, then he has to give the evidence before the court। उसने कोर्ट ਦੇ ਵਿੱਚ एविडेंस ਦੇਣੀ ਪੈਣੀ ਹੈ ਕਿ ਇਹ ਵਿਅਕਤੀ ਇਸ ਪ੍ਰਾਪਰਟੀ ਦਾ ਮਾਲਕ ਨਹੀਂ ਹੈਗਾ।
तो ਸੈਕਸ਼ਨ ਨੰਬਰ 110 ਦੇ ਵਿੱਚ ਇਹੀ ਗੱਲ ਹੈ। ਬਰਡਨ ਆਫ ਪ੍ਰੂਫ ਐਸ ਟੂ ਓਨਰਸ਼ਿਪ, when the question is whether any person is owner of anything of which he is shown to be in possession, ਜਿਹਦੇ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਕੀ ਇੱਕ ਵਿਅਕਤੀ ਕਿਸੇ ਚੀਜ਼ ਦਾ ਮਾਲਕ ਹੈਗਾ ਜਾਂ ਨਹੀਂ ਹੈਗਾ, ਤੇ ਨਾਲ ਇਹ ਵੀ ਸ਼ੋ ਹੋ ਰਿਹਾ ਵਾ ਕਿ ਉਹ ਵਿਅਕਤੀ ਉਸ ਚੀਜ਼ ਦੀ ਪੋਜੀਸ਼ਨ ਦੇ ਵਿੱਚ ਵੀ ਹੈਗਾ ਵਾ, ਮਤਲਬ ਉਹਦਾ ਕਬਜ਼ਾ, ਉਸ ਚੀਜ਼ ਦਾ ਕਬਜ਼ਾ ਕਿਹਦੇ ਕੋਲ ਹੈਗਾ ਵਾ, ਉਸ ਵਿਅਕਤੀ ਦੇ ਕੋਲ ਹੀ ਹੈਗਾ। the burden of proving that he is not the owner, burden of proof ਕੀ ਆ ਕਿ ਉਹ ਵਿਅਕਤੀ ਓਨਰ ਨਹੀਂ ਹੈਗਾ, is on the person who affirm that he is not the owner, ਜਿਹੜਾ ਕਹਿਣ ਡਿਆ ਏ ਕਿ ਇਹ ਵਿਅਕਤੀ ਉਸ ਪ੍ਰਾਪਰਟੀ ਦਾ ਮਾਲਕ ਨਹੀਂ ਹੈਗਾ, ਉਸਨੂੰ ਇੱਕ ਐਵੀਡੈਂਸ ਦੇਣੀ ਪੈਣੀ ਹੈ ਜੇ ਤੋਂ ਇਹ ਸਾਬਤ ਹੋ ਸਕੇ ਕਿ ਉਹ ਵਿਅਕਤੀ ਉਸ ਪ੍ਰਾਪਰਟੀ ਦਾ ਮਾਲਕ ਨਹੀਂ ਹੈਗਾ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ ਨੰਬਰ 110। ਮੈਂ ਇੱਕ ਵਾਰ ਰਿਪੀਟ ਕਰ ਦਿੰਦਾ, ਬਰਡਨ ਆਫ ਪ੍ਰੂਫ ਐਸ ਟੂ ਓਨਰਸ਼ਿਪ। When the question is whether any person is owner of anything of which he is shown to be in possession, the burden of proving that he is not the owner is on the person who affirmed that he is not the owner. So this is something about section 110. ਹੁਣ ਅਸੀਂ ਗੱਲ ਕਰਦੇ ਹਾਂ ਸੈਕਸ਼ਨ ਨੰਬਰ 111 ਦੀ। ਸੈਕਸ਼ਨ ਨੰਬਰ 111 ਦੇ ਵਿੱਚ ਉਹਨਾਂ ਟ੍ਰਾਂਜੈਕਸ਼ਨਸ ਦੀ ਗੱਲ ਕੀਤੀ ਗਈ ਆ ਜਦੋਂ ਦੋ ਵਿਅਕਤੀਆਂ ਦੇ ਦਰਮਿਆਨ ਇੱਕ ਐਕਟਿਵ ਕੌਨਫੀਡੈਂਸ ਦਾ ਰਿਲੇਸ਼ਨਸ਼ਿਪ ਹੈਗਾ ਹੈ। ਐਕਟਿਵ ਕੌਨਫੀਡੈਂਸ ਦਾ ਰਿਲੇਸ਼ਨਸ਼ਿਪ ਕੀ ਹੁੰਦਾ, ਜਿਹਦਾ ਫੋਰ ਐਗਜ਼ਾਮਪਲ ਇੱਕ ਵਕੀਲ ਦਾ ਤੇ ਕਲਾਇੰਟ ਦਾ ਰਿਲੇਸ਼ਨਸ਼ਿਪ ਐਕਟਿਵ ਕੌਨਫੀਡੈਂਸ ਦਾ ਹੁੰਦਾ ਹੈ ਕਿ ਕਲਾਇੰਟ ਨੂੰ ਆਪਣੇ ਵਕੀਲ ਦੇ ਉੱਤੇ ਐਕਟਿਵ ਕੌਨਫੀਡੈਂਸ ਹੁੰਦਾ ਹੈ ਕਿ ਮੇਰੇ ਕੋਲ ਜੋ ਵਕੀਲ ਡਾਕੂਮੈਂਟਸ ਉੱਤੇ ਸਾਈਨ ਕਰਵਾ ਰਿਹਾ ਏ ਉਹ ਬਿਲਕੁਲ ਜੈਨੂਇਨ ਡਾਕੂਮੈਂਟ ਹੈਗੇ ਆ, ਮੇਰੀ ਫੇਵਰ ਦੇ ਵਿੱਚ ਡਾਕੂਮੈਂਟ ਹੈਗੇ ਆ। ਫਾਦਰ ਤੇ ਸਨ ਦਾ ਰਿਲੇਸ਼ਨਸ਼ਿਪ ਬੜਾ ਹੀ ਐਕਟਿਵ ਕੌਨਫੀਡੈਂਸ ਵਾਲਾ ਹੁੰਦਾ ਏ, ਬਾਪ ਨੂੰ ਬੇਟੇ ਦੇ ਉੱਤੇ ਤੇ ਬੇਟੇ ਨੂੰ ਬਾਪ ਦੇ ਉੱਤੇ ਬੜਾ ਐਕਟਿਵ ਕੌਨਫੀਡੈਂਸ ਹੁੰਦਾ ਏ ਕਿ ਇਹ ਮੇਰੇ ਇੰਟਰਸਟ ਨੂੰ ਖਤਮ ਨਹੀਂ ਕਰੋਗੇ, ਇਹ ਮੇਰੇ ਨਾਲ ਕਦੀ ਧੋਖਾ ਨਹੀਂ ਕਰੋਗੇ। ਮੰਨ ਲਓ ਅਗਰ ਇਹੀ ਐਕਟਿਵ ਕੌਨਫੀਡੈਂਸ ਦੇ ਵਿਅਕਤੀਆਂ ਦੇ ਦਰਮਿਆਨ ਕੋਈ ਝਗੜਾ ਪੈਦਾ ਹੋ ਜਾਂਦਾ ਹੈ, ਅਗਰ ਇਹੀ ਐਕਟਿਵ ਕੌਨਫੀਡੈਂਸ ਦੇ ਵਿਅਕਤੀਆਂ ਦੇ ਦਰਮਿਆਨ ਕੋਈ ਝਗੜਾ ਪੈਦਾ ਹੋ ਜਾਂਦਾ ਹੈ, ਤਾਂ ਜਿਹਦੀ ਪੋਜੀਸ਼ਨ ਐਕਟਿਵ ਕੌਨਫੀਡੈਂਸ ਦੇ ਵਿੱਚ ਜ਼ਿਆਦਾ ਵੱਡੀ ਪੋਜੀਸ਼ਨ ਹੈਗੀ ਆ ਤੇ ਉਸ ਵਿਅਕਤੀ ਦੇ ਉੱਤੇ ਬਰਡਨ ਹੁੰਦੀ ਆ ਕਿ ਜੋ ਟ੍ਰਾਂਜੈਕਸ਼ਨ ਇਨ ਕੁਐਸਚਨ ਹੈਗੀ ਸੀ ਉਹ ਗੁੱਡ ਫੇਥ ਦੇ ਵਿੱਚ ਕੀਤੀ ਗਈ ਸੀ, ਮੈਂ ਉਸ ਦੂਸਰੇ ਵਿਅਕਤੀ ਨੂੰ ਧੋਖਾ ਨਹੀਂ ਦਿੱਤਾ। तो ਸੈਕਸ਼ਨ 111 ਦੀ ਇੱਕ ਵਾਰ ਵਰਡਿੰਗ ਪੜਾ ਦਿੰਦਾ, ਫਿਰ ਇਹਨੂੰ ਦੋ ਇਲਸਟ੍ਰੇਸ਼ਨ ਨਾਲ ਸਮਝਾ ਕੇ ਸੈਕਸ਼ਨ 111 ਕੰਪਲੀਟ ਕਰੀਏ। ਸੈਕਸ਼ਨ 111 proof of good faith in transaction where one party is in relation of active confidence, where there is a question, ਜਦੋਂ ਇਦਾਂ ਦਾ ਕੁਐਸਚਨ ਆਇਆ as to the good faith of a transaction between parties, ਕਿ ਪਾਰਟੀਆਂ ਦੇ ਦਰਮਿਆਨ ਜੋ ਟ੍ਰਾਂਜੈਕਸ਼ਨ ਕੀਤੀ ਗਈ ਸੀ ਉਹ ਗੁੱਡ ਫੇਥ ਦੇ ਵਿੱਚ ਕੀਤੀ ਗਈ ਸੀ ਜਾਂ ਗੁੱਡ ਫੇਥ ਦੇ ਵਿੱਚ ਨਹੀਂ ਕੀਤੀ ਗਈ ਸੀ। one of whom stand to the other in a position of active confidence, ਤੇ ਉਹਨਾਂ ਦੋ ਪਾਰਟੀਆਂ ਦੇ ਵਿੱਚੋਂ ਇੱਕ ਪਾਰਟੀ ਦੂਸਰੀ ਪਾਰਟੀ ਦੇ ਨਾਲ ਐਕਟਿਵ ਕੌਨਫੀਡੈਂਸ ਦੀ ਪੋਜੀਸ਼ਨ ਦੇ ਵਿੱਚ ਸਟੈਂਡ ਕਰਦੀ ਪਈ ਸੀ। the burden of proving the good faith of the transaction, ਉਸ ਟਾਈਮ ਦੇ ਉੱਤੇ burden of proof ਕਿ ਜੋ ਟ੍ਰਾਂਜੈਕਸ਼ਨ ਇਨ ਕੁਐਸਚਨ ਸੀ ਗੁੱਡ ਫੇਥ ਦੇ ਵਿੱਚ ਕੀਤੀ ਗਈ ਸੀ is on the party, ਉਸ ਪਾਰਟੀ ਦੇ ਉੱਤੇ ਹੈਗੇ ਹੀ who is in a position of active confidence, ਜੋ ਕਿ ਇੱਕ ਐਕਟਿਵ ਕੌਨਫੀਡੈਂਸ ਦੀ ਪੋਜੀਸ਼ਨ ਦੇ ਵਿੱਚ ਹੈਗੀ ਸੀ। let us take illustration number 8 to understand the point. the good faith of a sale by a client to an attorney is in question, ਕਿ ਕਲਾਇੰਟ ਨੇ ਆਪਣੇ ਅਟਾਰਨੀ ਨੂੰ ਇੱਕ ਸੇਲ ਕੀਤੀ ਪ੍ਰਾਪਰਟੀ ਦੀ, ਉਹਦਾ ਝਗੜਾ ਪੈ ਗਿਆ। ਮਤਲਬ ਕਲਾਇੰਟ ਕਹਿ ਰਿਹਾ ਕਿ ਅਟਾਰਨੀ ਨੇ ਮੇਰੇ ਨਾਲ ਧੋਖਾ ਕੀਤਾ, ਅਟਾਰਨੀ ਕਹਿ ਰਿਹਾ ਕਿ ਮੈਂ ਕੋਈ ਧੋਖਾ ਨਹੀਂ ਕੀਤਾ, ट्रांजेक्शन इन सेल, ट्रांजेक्शन ऑफ सेल was made in good faith, ठीक है। तो good faith of a sale by a client to an attorney is in question in a suit which was brought by the client, client ने attorney ਦੇ ਖਿਲਾਫ ਦਾਵਾ ਫਾਈਲ ਕੀਤਾ ਸੀ। ਹੁਣ ਇਸ ਕੇਸ ਦੇ ਵਿੱਚ burden of proving the good faith of the transaction is on the attorney, attorney ਨੂੰ ਸਾਬਤ ਕਰਨਾ ਪਊਗਾ ਕਿ ਇਹ ਜੋ transaction in question ਸੀ ਇਹ good faith ਦੇ ਵਿੱਚ ਕੀਤੀ ਗਈ ਸੀ, ਕਿ attorney ਨੇ अपनी क्लाइंट को कोई धोखा नहीं सी दिता। I want to repeat, the good faith of a sale by a client to an attorney is in question in a suit brought by client. The burden of proving the good faith of the transaction is on the attorney. तो B illustration which की है, the good faith of a sale by a son just come of age to a father is in question in a suit brought by the son. ਹੁਣ ਇੱਕ ਮੁੰਡਾ ਸੀ, ਹੁਣੇ ਨਵਾਂ ਜਵਾਨ ਹੋਇਆ ਸੀ, ਉਸ ਮੁੰਡੇ ਨੇ ਆਪਣੀ ਕੋਈ ਪ੍ਰਾਪਰਟੀ ਸੇਲ ਕਰ ਦਿੱਤੀ ਆਪਣੇ ਪਿਤਾ ਤੋਂ, ਤੇ ਉਸ ਤੋਂ ਬਾਅਦ ਸੇਲ ਕਰਨ ਤੋਂ ਬਾਅਦ ਵਿੱਚ ਉਸ ਮੁੰਡੇ ਨੇ ਸਨ ਨੇ ਕੀ ਕੀਤਾ, ਆਪਣੇ ਫਾਦਰ ਦੇ ਖਿਲਾਫ ਸਿਵਲ ਸੂਟ ਫਾਈਲ ਕਰ ਦਿੱਤਾ ਕਿ ਇਹ ਜੋ ਸੇਲ ਇਨ ਕੁਐਸਚਨ ਹੈਗੀ ਆ ਉਹ ਗੁੱਡ ਫੇਥ ਦੇ ਵਿੱਚ ਨਹੀਂ ਕੀਤੀ ਗਈ। ਮਤਲਬ ਸਨ ਕਹਿ ਰਿਹਾ ਕਿ ਇਹ ਸੇਲ ਇਨ ਕੁਐਸਚਨ ਗੁੱਡ ਫੇਥ ਦੇ ਵਿੱਚ ਨਹੀਂ ਕੀਤੀ ਗਈ, ਮੇਰੇ ਫਾਦਰ ਐਕਟਿਵ ਕੌਨਫੀਡੈਂਸ ਦੇ ਵਿੱਚ ਹੈਗੇ ਸੀ, ਤੋਂ ਐਕਟਿਵ ਕੌਨਫੀਡੈਂਸ ਦੇ ਕਰਕੇ ਉਹ ਮੈਨੂੰ ਧੋਖੇ ਦੇ ਨਾਲ ਮੇਰੇ ਕੋਲੋਂ ਇਹ ਸੇਲ ਡੀਡ ਦੇ ਉੱਤੇ ਸਾਈਨ ਕਰਵਾ ਲਏ।
ਹੁਣ ਇਸ ਕੇਸ ਦੇ ਵਿੱਚ ਬਰਡਨ ਆਫ ਪ੍ਰੂਵਿੰਗ ਦਾ ਗੁੱਡ ਫੇਥ ਆਫ ਦਾ ਟ੍ਰਾਂਜੈਕਸ਼ਨ ਇਜ਼ ਔਨ ਦੀ ਫਾਦਰ। ਫਾਦਰ ਦੇ ਉੱਤੇ ਬਰਡਨ ਹੈਗੀ ਆ ਕਿ ਫਾਦਰ ਇਹ ਸਾਬਤ ਕਰੇ ਕਿ ਟ੍ਰਾਂਜੈਕਸ਼ਨ ਇਨ ਕੁਐਸਚਨ ਗੁੱਡ ਫੇਥ ਦੇ ਵਿੱਚ ਐਗਜ਼ੀਕਿਊਟ ਕੀਤੀ ਗਈ ਸੀ। ਸੋ ਮੈਂ ਇੱਕ ਵਾਰ ਰਿਪੀਟ ਕਰਵਾ ਦਿੰਦਾ ਸੈਕਸ਼ਨ ਨੰਬਰ 111, proof of good faith in transaction where one party is in relation of active confidence, where there is a question as to the good faith of a transaction between the parties, one of whom stand to the other in a position of active confidence. The burden of proving the good faith of the transaction is on the party who is in a position of active confidence. तो दो इलस्ट्रेशनां दे नाल इनू समझाया गया है। तो पहली इलस्ट्रेशन की हैगी है, the good faith of a sale by a client to an attorney is in question in a suit which was brought by the client against the attorney. The burden of proving the good faith of the transaction is on the attorney. Attorney has to prove that the transaction in question was made in good faith. Number B, the good faith of a sale by a son just come of age to a father is in question in a suit brought by the son. तो एक बेटे ने अपने बाप के खिलाफ सिविल सूट फाइल किया कि जो सेल इन क्वेश्चन हैगी है गुड फेथ ਦੇ ਵਿੱਚ ਐਗਜ਼ੀਕਿਊਟ ਨਹੀਂ ਕੀਤੀ ਗਈ ਕਿਉਂਕਿ ਮੇਰੇ ਫਾਦਰ ਨੇ ਮੈਨੂੰ ਧੋਖੇ ਨਾਲ ਇਹ ਸੇਲ ਕਰਵਾਈ ਹੈ। ਹੁਣ ਇਸ ਕੇਸ ਦੇ ਵਿੱਚ ਫਾਦਰ ਅਗਰ ਕਹਿ ਰਿਹਾ ਹੈ ਕਿ ਸੇਲ ਇਨ ਕੁਐਸਚਨ ਵਾਸ ਮੇਡ ਇਨ ਗੁੱਡ ਫੇਥ, ਤਾਂ ਬਰਡਨ ਆਫ ਪ੍ਰੂਫ ਕਿਹਦੇ ਉੱਤੇ ਹੈਗਾ ਵਾ? ਇਹ ਫਾਦਰ ਦੇ ਉੱਤੇ ਹੈਗੀ ਹੈ। The burden of proving the good faith of the transaction is on the father. So this is something about section number 111. ਹੁਣ ਉਸ ਤੋਂ ਬਾਅਦ ਸੈਕਸ਼ਨ ਨੰਬਰ 111 A ਦੀ ਗੱਲ ਕਰਦੇ ਹਾਂ। 1984 ਦੇ ਵਿੱਚ ਇਹ ਸੈਕਸ਼ਨ ਇਨਕੋਰਪੋਰੇਟ ਹੋਇਆ ਸੀ, ਇਨਸਰਟ ਕੀਤਾ ਗਿਆ ਸੀ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ। ਤੋ ਸੈਕਸ਼ਨ 111 A ਦੇ ਵਿੱਚ ਕੀ ਹੈਗਾ ਵਾ? ਕੁਝ ਖਾਸ ਤਰ੍ਹਾਂ ਦੇ ਦੇਸ਼ ਦਰੋਹੀ ਆਫੈਂਸਿਸ ਦੇ ਵਿੱਚ ਕੁਝ ਪ੍ਰੈਜ਼ੰਪਸ਼ਨਸ ਕ੍ਰੀਏਟ ਕੀਤੀਆਂ ਗਈਆਂ ਨੇ। ਤੇ ਸੈਕਸ਼ਨ 111 ਨੂੰ 1984 ਦੀ ਜਦੋਂ ਐਮਰਜੈਂਸੀ ਲਗਾਈ ਗਈ ਸੀ ਉਸ ਟਾਈਮ ਦੇ ਉੱਤੇ ਸੈਕਸ਼ਨ 111 A ਨੂੰ ਇਨਸਰਟ ਕੀਤਾ ਗਿਆ ਸੀ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ। ਵਿਦ ਇਫੈਕਟ ਫਰੋਮ 14 ਜੁਲਾਈ 1984 ਇਹ ਪ੍ਰੋਵੀਜ਼ਨ ਇਨਸਰਟ ਹੋਈ ਸੀ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ। ਤੋ ਸਰਟਨ ਆਫੈਂਸ ਕਿਹੜੇ ਹੁੰਦੇ ਨੇ? ਸੈਕਸ਼ਨ 121, 121A, 122, 123। ਹੁਣ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਊਂਗਾ ਕਿ 121, 121A, 122, 123 ਦੇ ਵਿੱਚ ਕੀ ਲਿਖਿਆ ਹੈ। ਉਹਦੇ ਲਈ ਅਸੀਂ ਇੰਡੀਅਨ ਪੀਨਲ ਕੋਡ ਦੀ ਬਹੁਤ ਜਲਦੀ 121, 122, 123 ਦੇ ਸੈਕਸ਼ਨ ਕਰਾਂਗੇ ਤੇ ਉਹਦੇ ਵਿੱਚ ਪੜਾਂਗੇ ਡਿਟੇਲ ਦੇ ਵਿੱਚ 121 ਵਿੱਚ ਕੀ ਲੇਡ ਆਉਣਾ, 121A ਦੇ ਵਿੱਚ ਕੀ ਲੇਡ ਆਉਣਾ, 122 ਦੇ ਵਿੱਚ ਕੀ ਲੇਡ ਆਉਣਾ, 123 ਦੇ ਵਿੱਚ ਕੀ ਲੇਡ ਆਉਣਾ। ਹੁਣ ਅਸੀਂ ਗੱਲ ਕਰਦੇ ਹਾਂ ਸੈਕਸ਼ਨ 111A ਦੇ ਵਿੱਚ ਪ੍ਰੈਜ਼ੰਪਸ਼ਨ ਐਜ਼ ਟੂ ਸਰਟਨ ਆਫੈਂਸਸ। तो की लिखा है सेक्शन 111A सबसेक्शन 1 where a person is accused of having committed any offense specified in subsection 2। ਜਦੋਂ ਇੱਕ ਵਿਅਕਤੀ ਦੇ ਖਿਲਾਫ ਤੋਹਮਤ ਲੱਗ ਗਈ ਆ ਕਿ ਉਹਨੇ subsection 2 ਵਾਲਾ ਕੋਈ offense commit ਕੀਤਾ ਵਾ, ਕਿੱਥੇ ਕੀਤਾ ਵਾ? in any area declared to be a disturbed area under any enactment। ਕਿਸੇ enactment ਦੇ ਵਿੱਚ ਅਗਰ ਕਿਸੇ ਏਰੀਏ ਨੂੰ ਡਿਕਲੇਅਰ ਕਰ ਦਿੱਤਾ ਗਿਆ ਕਿ ਉਹ ਡਿਸਟਰਬ ਏਰੀਆ ਹੈਗਾ ਇਹ, ठीक है, फॉर जो इनेक्टमेंट फॉर द टाइम बीइंग इनफोर्स which is making provision for the suppression of disorder and restoration and maintenance of public order। ਤੇ ਇਹ ਇਨੈਕਟਮੈਂਟ ਕੀ ਕਰਦੀ ਪਈ ਆ? ਇਨੈਕਟਮੈਂਟ ਦਾ ਪਰਪਸ ਇਹੀ ਹੈਗਾ ਵਾ ਕਿ ਡਿਸਆਰਡਰ ਨੂੰ ਖਤਮ ਕੀਤਾ ਜਾਵੇ ਤੇ ਪਬਲਿਕ ਆਰਡਰ ਨੂੰ ਦੁਬਾਰਾ ਰੀਸਟੋਰ ਕੀਤਾ ਜਾਵੇ, ਪਬਲਿਕ ਆਰਡਰ ਨੂੰ ਦੁਬਾਰਾ ਮੇਨਟੇਨ ਕੀਤਾ ਜਾਵੇ। ਇਦਾਂ ਦੇ ਕਾਨੂੰਨ ਦੇ ਵਿੱਚ ਅਗਰ ਕਿਸੇ ਏਰੀਆ ਨੂੰ ਡਿਸਟਰਬ ਏਰੀਆ ਡਿਕਲੇਅਰ ਕਰ ਦਿੱਤਾ ਗਿਆ ਵਾ ਜਿੱਥੇ ਬਹੁਤ ਵੱਡੇ ਲੈਵਲ ਦੇ ਉੱਤੇ ਮਾਰਕਟ ਚੱਲਦੀ ਪਈ ਆ, ਡਿਸਟਰਬੈਂਸ ਹੋਈ ਆ, ਤਾਂ ਉਸ ਏਰੀਆ ਨੂੰ ਅਗਰ ਕਿਸੇ ਐਕਟ ਦੇ ਵਿੱਚ ਡਿਸਟਰਬਡ ਏਰੀਆ ਡਿਕਲੇਅਰ ਕਰ ਦਿੱਤਾ ਗਿਆ ਵਾ ਤੇ ਕਿਸੇ ਵਿਅਕਤੀ ਦੇ ਖਿਲਾਫ ਤੋਹਮਤ ਲੱਗ ਗਈ ਆ ਕਿ ਉਹਨੇ ਉਸ ਡਿਸਟਰਬਡ ਏਰੀਆ ਦੇ ਵਿੱਚ ਸੈਕਸ਼ਨ 111A ਸਬਸੈਕਸ਼ਨ 2 ਦੇ ਵਿੱਚ ਜਿਹੜੇ ਲਿਖੇ ਗਏ ਆਫੈਂਸਸ ਨੇ ਉਹ ਕਮਿਟ ਕੀਤੇ ਨੇ। ਔਰ ਤੇ ਜਾਂ ਆਫੈਂਸ ਕਮਿਟ ਕਿੱਥੇ ਕੀਤਾ ਵਾ? ਇਨ ਐਨੀ ਏਰੀਆ ਇਨ ਵਿਚ ਦੇयर हैज बीन over a period of more than 1 month extensive disturbance of the public peace। ਤੇ ਜਾਂ ਇੱਕ ਇਦਾਂ ਦੀ ਏਰੀਆ ਦੇ ਵਿੱਚ ਉਹਨੇ ਕੋਈ ਕ੍ਰਾਈਮ ਕਮਿਟ ਕੀਤਾ ਹੈ ਜਿਸ ਏਰੀਆ ਦੇ ਵਿੱਚ 1 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ, ਬਹੁਤ ਵੱਡੇ ਲੈਵਲ ਦੀ ਐਕਸਟੈਂਸਿਵ ਡਿਸਟਰਬੈਂਸ ਪਬਲਿਕ ਪੀਸ ਦੀ ਹੋ ਰਹੀ ਹੈ। ਐਂਡ ਇਟ ਇਜ਼ ਸ਼ੋਨ, ਤੇ ਇਸ ਕੇਸ ਦੇ ਵਿੱਚ ਸ਼ੋ ਹੋਇਆ ਵਾ that such person had been at a place in such area at a time when firearms or explosives were used। ਤੇ ਉਹ ਵਿਅਕਤੀ ਜਿਨ੍ਹਾਂ ਦੇ ਖਿਲਾਫ ਤੋਹਮਤ ਲੱਗੀ ਆ ਕਿ ਉਹਨਾਂ ਨੇ 121A, 122, 123 ਦਾ ਆਫੈਂਸ ਕਮਿਟ ਕੀਤਾ ਹੈ, ਉਹ ਵਿਅਕਤੀ ਕਿਸ ਜਗ੍ਹਾ ਦੇ ਉੱਤੇ ਹੈਗੇ ਸੀ? ਉਸ ਜਗ੍ਹਾ ਦੇ ਉੱਤੇ ਹੈਗੇ ਸੀ ਜਦੋਂ
ਆਰਮੀ ਦੇ ਉੱਤੇ ਫਾਇਰ ਆਰਮਸ, ਆਰਮੀ ਦੇ ਉੱਤੇ ਕੁਝ ਐਕਸਪਲੋਸਿਵ ਸਬਸਟੈਂਸ ਸਿੱਟੇ ਗਏ ਸੀ at or from that place to attack or resist the members of any armed forces or forces charged with the maintenance of public order acting in the discharge of their duties। तो उस टाइम ਦੇ ਉੱਤੇ ਇਹ ਗੱਲ ਮੰਨੀ ਜਾਊਗੀ ਕਿ ਉਹਨਾਂ ਵਿਅਕਤੀਆਂ ਨੇ ਉਹ ਆਫੈਂਸ ਕਮਿਟ ਕੀਤਾ ਵਾ। ਹਾਂ, ਅਨਲੈਸ ਦਾ ਕੰਟਰੇਰੀ ਇਜ਼ ਸ਼ੋਨ, ਪਰ ਜੇ ਮੰਨ ਲਓ ਇਹ ਪਤਾ ਲੱਗਦਾ ਏ ਕਿ ਉਹ ਵਿਅਕਤੀ ਜਿਹੜਾ ਉਸ ਜਗ੍ਹਾ ਦੇ ਉੱਤੇ ਤਾਂ ਹੈਗਾ ਸੀ ਬਟ ਉਹਨੇ ਕੋਈ ਆਫੈਂਸ ਕਮਿਟ ਨਹੀਂ ਕੀਤਾ, ਦੈਨ ਉਸ ਬੰਦੇ ਇਹ ਪ੍ਰਜ਼ੰਪਸ਼ਨ ਖਤਮ ਵੀ ਹੋ ਸਕਦੀ ਹੈ। ਤਾਂ ਨਾਰਮਲ ਪ੍ਰਜ਼ੰਪਸ਼ਨ ਕੀ ਆ ਕਿ ਅਗਰ ਕੋਈ ਵਿਅਕਤੀ ਕਿਸੇ ਡਿਸਟਰਬਡ ਏਰੀਆ ਦੇ ਵਿੱਚ ਹੈਗਾ ਸੀ ਤੇ ਉਸ ਡਿਸਟਰਬਡ ਏਰੀਆ ਤੋਂ ਕਿਸੇ ਤਰ੍ਹਾਂ ਦੇ ਕੋਈ ਫਾਇਰ ਆਰਮ ਜਾਂ ਐਕਸਪਲੋਸਿਵ ਯੂਜ਼ ਕੀਤੇ ਗਏ ਸੀ ਕਿਸੇ ਆਰਮਡ ਮੈਂਬਰ ਦੇ ਬੰਦਿਆਂ ਦੇ ਉੱਤੇ ਅਟੈਕ ਕਰਨ ਦੇ ਲਈ ਜਾਂ ਉਹਨਾਂ ਨੂੰ ਰੈਸਿਸਟ ਕਰਨ ਦੇ ਲਈ, ਤੇ ਜਾਂ ਕੋਈ ਹੋਰ ਫੋਰਸਿਸ ਜਿੱਦਾਂ ਕਿ ਪੁਲਿਸ ਵੀ ਹੋ ਸਕਦੀ ਆ ਜੋ ਕਿ ਪਬਲਿਕ ਆਰਡਰ ਨੂੰ ਮੇਨਟੇਨ ਕਰਦੀ ਪਈ ਸੀ, ਪਬਲਿਕ ਆਰਡਰ ਨੂੰ ਮੇਨਟੇਨ ਕਰਨ ਵਾਲੀ ਕਿਸੇ ਫੋਰਸਿਸ ਦੇ ਖਿਲਾਫ ਅਗਰ ਕੋਈ ਅਟੈਕ ਕੀਤਾ ਗਿਆ ਜਾਂ ਰੈਸਿਸਟੈਂਸ ਕੀਤੀ ਗਈ ਹੈ ਉਸ ਜਗ੍ਹਾ ਤੋਂ ਜਿਸ ਏਰੀਆ ਨੂੰ ਡਿਸਟਰਬਡ ਏਰੀਆ ਕੀਤਾ ਡਿਕਲੇਅਰ ਕੀਤਾ ਗਿਆ ਵਾ ਕਿਸੇ ਲਾਅ ਦੇ ਵਿੱਚ, ਤਾਂ ਇਹ ਗੱਲ ਪ੍ਰਜ਼ਿਊਮ ਕੀਤੀ ਜਾਏਗੀ ਕਿ ਉਸ ਵਿਅਕਤੀਆਂ ਨੇ ਜਿਸ ਵਿਅਕਤੀਆਂ ਦੇ ਉੱਤੇ ਇੱਕ ਤੌਮਤ ਲੱਗੀ ਆ ਉਹਨਾਂ ਨੇ ਹੀ ਇਹ ਆਫੈਂਸ ਕਮਿਟ ਕੀਤਾ ਵਾ। ਪਰ ਜੇ ਮੰਨ ਲਓ ਕੰਟਰੇਰੀ ਸ਼ੋ ਹੋ ਜਾਂਦਾ ਕਿ ਉਹ ਵਿਅਕਤੀ ਨਿਰਦੋਸ਼ ਹੈਗੇ ਆ, ਉਹਨਾਂ ਨੇ ਉਹ ਕ੍ਰਾਈਮ ਕਮਿਟ ਉੱਥੇ ਨਹੀਂ ਕੀਤਾ, ਤਾਂ ਇਹ ਪ੍ਰਜ਼ੰਪਸ਼ਨ ਖਤਮ ਹੋ ਜਾਊਗੀ। तो एक बार मैं सेक्शन नंबर 111 ए ਦਾ सबसेक्शन 1 पढ़ा देना, फिर सबसेक्शन 2 ਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ। ਸੈਕਸ਼ਨ 111 ए presumption as to certain offenses। ਸੈਕਸ਼ਨ 111 ए सबसेक्शन 1 ਦੇ ਵਿੱਚ ਲਿਖਿਆ ਹੈ where a person is accused of having committed any offense which is specified in subsection 2 in any area declared to be a disturbed area, ਜਿਸ ਨੂੰ disturbed area declare ਕੀਤਾ ਗਿਆ ਹੈ under any enactment for the time being in force, making provision for the suppression of disorder and restoration and maintenance of public order, or any area in which there has been over a period of 1 month extensive disturbance of public peace and it has been shown that such person had been at a place, ਉਹ ਵਿਅਕਤੀ ਉਸ ਜਗ੍ਹਾ ਦੇ ਉੱਤੇ ਹੈਗਾ ਹੀ in such area at a time when firearms or explosives were used at or from that place to attack or assist the member of any armed forces or forces charged with the maintenance of public order acting in the discharge of their duties, then it shall be presumed unless the contrary is shown that such person had committed such offense। section 111A subsection 2 ਦੇ ਵਿੱਚ ਕੀ ਦੱਸਿਆ ਹੈ the offenses referred to in subsection 1 are the following। ਕਿਹੜੇ ਸੈਕਸ਼ਨ ਕਿਹੜੇ offenses subsection 1 ਦੇ ਵਿੱਚ ਰੈਫਰ ਕੀਤੇ ਗਏ ਨੇ। The offenses referred to in subsection 1 are the following, namely number A, an offense under section 121, 121A, 122 or 123 of Indian Penal Code 1860, ਤੇ ਜਾਂ ਅਗਰ ਉਹਨਾਂ offenses ਨੂੰ ਕਰਨ ਦੇ ਲਈ ਕੋਈ ਕ੍ਰਿਮੀਨਲ ਕਨਸਪੀਰੇਸੀ ਕੀਤੀ ਜਾਂਦੀ ਹੈ ਤੇ ਜਾਂ ਉਹਨਾਂ offenses ਨੂੰ ਕਮਿਟ ਕਰਨ ਦੀ ਅਟੈਂਪਟ ਕੀਤੀ ਜਾਂਦੀ ਹੈ ਜਾਂ ਉਹਨਾਂ offenses ਦੀ ਅਬੈਟਮੈਂਟ ਕੀਤੀ ਜਾਂਦੀ ਹੈ ਜੋ ਕਿ ਸੈਕਸ਼ਨ ਨੰਬਰ 122 ਜਾਂ 123 ਦੇ ਵਿੱਚ ਮੈਂਸ਼ਨ ਕੀਤੇ ਗਏ ਨੇ, ਉਹਨਾਂ ਨੂੰ ਵੀ ਇਸ offenses ਦੀ ਕੈਟਾਗਰੀ ਦੇ ਵਿੱਚ ਪਾਇਆ ਜਾਊਗਾ। तो ਸੈਕਸ਼ਨ 111 A subsection 2 ਦੇ ਵਿੱਚ ਕੀ ਲਿਖਿਆ the offenses referred to in subsection 1 are the following, namely an offense under section 121, under 121A, under 122 or under 123 of Indian Penal Code। ਤੇ ਨੰਬਰ B ਦੇ ਵਿੱਚ criminal conspiracy or attempt to commit or abetment of an offense under section 122 or 123 of Indian Penal Code 1860। So this is something about the present lecture। ਅਗਲੇ lecture ਦੇ ਵਿੱਚ ਅਸੀਂ section 112, 113A, 113A ਤੇ 113B ਡਿਸਕਸ ਕਰਾਂਗੇ।